ਜਦੋਂ ਤੋਂ ਧਰਨੇ ਚੱਲ ਰਹੇ ਆ ਕਿਸਾਨਾਂ ਦੇ ਰੇਲਵੇ ਸਟੇਸ਼ਨ ਦੇ ਉੱਪਰ, ਉਦੋਂ ਤੋਂ ਲੈ ਕੇ ਹੀ ਆਰਪੀਐਫ ਵਿਦ ਜੀਆਰਪੀ ਜ਼ਿਲ੍ਹਾ ਪੁਲਿਸ ਜਿਹੜੀ ਹੈਗੀ ਹੈ ਤਿੰਨੋਂ ਹੀ ਤੈਨਾਤ ਹੈ ਤੇ ਤਿੰਨੋਂ ਹੀ ਹੁਣ ਵੀ ਤੈਨਾਤ ਹੈ। ਅਸੀਂ ਤੈਨਾਤ ਹਾਂ ਜੀ, ਲਗਾਤਾਰ ਸ਼ਿਫਟਾਂ ਵਾਈਜ਼ ਸਾਡੀ ਡਿਊਟੀ ਲੱਗੀ ਹੋਈ ਹੈ। ਜਿਹੜਾ ਸਾਨੂੰ ਅੱਜ ਰਾਤ ਲੇਟ ਮਾਨਯੋਗ ਐਸਐਸਪੀ ਸਾਹਿਬ ਨੂੰ ਹਦਾਇਤ ਹੋਈ ਸੀ ਵੀ ਟਰੈਕ ਬਿਲਕੁਲ ਚੈੱਕ ਕਰਕੇ ਰਿਪੋਰਟ ਦਿਓ। ਸਾਡਾ ਟਿੱਬੀ ਭਰਾਈਆਂ ਤੋਂ ਲੈ ਕੇ ਸਿਟੀ ਫਰੀਦਕੋਟ ਦਾ ਜਿਹੜਾ ਏਰੀਆ ਹੈਗਾ ਅਬਨੂਰ ਕਾਲਜ ਤੱਕ, ਅਸੀਂ ਉਹਨੂੰ ਸੈਕਟਰਾਂ ਵਿੱਚ ਵੰਡ ਕੇ 7 ਸੈਕਟਰਾਂ 'ਚ ਵੰਡਿਆ। ਕਰੀਬ 7 ਕਿਲੋਮੀਟਰ ਦਾ ਏਰੀਆ ਬਣਦਾ। ਉਹਦੇ ਵਿੱਚ ਅਸੀਂ 7 NGO ਲਾ ਕੇ ਮਤਲਬ ਜਾ ਕੇ ਉੱਥੇ ਪਰਸਨਲ ਤੌਰ 'ਤੇ ਚੈਕਿੰਗ ਕਰਕੇ ਅਸੀਂ ਰਿਪੋਰਟ ਦਿੱਤੀ। ਬਿਲਕੁਲ ਟਰੈਕ ਕਲੀਅਰ ਹੈ। ਜਿਹੜੇ ਕਿਸਾਨ ਪਹਿਲਾਂ ਬੈਠੇ ਹੋਏ ਸੀਗੇ, ਕੱਲ੍ਹ ਇਹਨਾਂ ਨੇ ਧਰਨਾ ਆਪਦਾ ਚੱਕ ਕੇ ਪਾਰਕਿੰਗ ਦੇ ਵਿੱਚ ਰੱਖਿਆ ਹੋਇਆ। ਬਿਲਕੁਲ ਸ਼ਾਂਤਮਈ ਬੈਠੇ ਆ। ਜਿਹੜੇ 10-15 ਕਿਸਾਨ ਬੈਠੇ ਹੋਏ ਆ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਪਲੇਟਫਾਰਮ ਔਰ ਰੇਲਵੇ ਟਰੈਕ ਬਿਲਕੁਲ ਕਲੀਅਰ ਹੈ। ਜੇਕਰ ਚੈਕਿੰਗ ਸਾਨੂੰ ਕਹਿਣਗੇ ਸਵਾਰੀਆਂ ਵਾਲੀ ਗੱਡੀ ਲੰਘਦੀ ਤਾਂ ਅਸੀਂ ਬਿਲਕੁਲ ਚੈਕਿੰਗ ਕਰਾਂਗੇ। ਇਸ ਗੱਲ ਤੋਂ ਵੀ ਨਹੀਂ ਅਸੀਂ ਮੁਨਕਰ ਨਹੀਂ ਹੈ। ਪੂਰੀ ਮੁਸਤੈਦੀ ਨਾਲ ਪੁਲਿਸ ਮੁਸਤੈਦ ਆ ਔਰ ਆਪਣੀ ਡਿਊਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਰੁੱਟੀ ਨਹੀਂ ਦੇਵਾਂਗੇ। ਖੇਤੀ ਐਕਟ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਸੀਗਾ, ਰੇਲਵੇ ਟਰੈਕ ਜਾਮ ਕੀਤੇ ਗਏ ਸੀਗੇ। ਪਿਛਲੀ 1 ਤਰੀਕ ਤੋਂ ਲੈ ਕੇ ਕਰੀਬ 36 ਦਿਨ ਬਾਅਦ ਉਹਨਾਂ ਵੱਲੋਂ ਜਿਹੜਾ ਰੇਲਵੇ ਪਹਿਲਾਂ ਟਰੈਕ ਛੱਡੇ ਗਏ, ਉਸ ਤੋਂ ਬਾਅਦ ਰੇਲਵੇ ਪਲੇਟਫਾਰਮ ਨੂੰ ਵੀ ਛੱਡ ਦਿੱਤਾ ਗਿਆ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਫਰੀਦਕੋਟ ਰੇਲਵੇ ਸਟੇਸ਼ਨ ਦੀਆਂ। ਇਹ ਫਰੀਦਕੋਟ ਦਾ ਰੇਲਵੇ ਸਟੇਸ਼ਨ ਹੈ। ਸਾਹਮਣੇ ਜਿਹੜਾ ਸ਼ੈੱਡ ਬਣਿਆ, ਉਸ ਸ਼ੈੱਡ ਦੇ ਥੱਲੇ ਜਿਹੜਾ ਕਿਸਾਨ ਲਗਾਤਾਰ ਆਪਦਾ ਜਿਹੜਾ ਅੰਦੋਲਨ ਕਰ ਰਹੇ ਸੀਗੇ ਖੇਤੀ ਐਕਟ ਨੂੰ ਲੈ ਕੇ। ਪਹਿਲਾਂ ਉਹਨਾਂ ਵੱਲੋਂ ਰੇਲਵੇ ਟਰੈਕ 'ਤੇ ਵੀ ਜਿਹੜਾ ਲਗਾਤਾਰ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਸੀਗਾ, ਤਾਂ ਪਿਛਲੇ ਦਿਨੀ ਉਹਨਾਂ ਵੱਲੋਂ ਮਾਲ ਗੱਡੀਆਂ ਨੂੰ ਜਿਹੜਾ ਲੰਘਣ ਦੇਣ ਦਾ ਜਿਹੜਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਸਾਹਮਣੇ ਜਿਹੜਾ ਪਲੇਟਫਾਰਮ ਦੇ ਉੱਤੇ ਉਹ ਕਿਸਾਨਾਂ ਵੱਲੋਂ ਆਪ ਦਾ ਜਿਹੜਾ ਅੰਦੋਲਨ ਜਾਰੀ ਕੀਤਾ ਸੀ। ਔਰ ਕਰੀਬ 36 ਦਿਨਾਂ ਬਾਅਦ ਕੱਲ੍ਹ ਜਿਹੜਾ ਉਹਨਾਂ ਵੱਲੋਂ ਇੱਕ ਵਾਰ ਜਿਹੜਾ ਇਸ ਪਲੇਟਫਾਰਮ ਨੂੰ ਵੀ ਛੱਡ ਦਿੱਤਾ। ਇਸ ਤੋਂ ਪਾਸੇ ਹੋ ਕੇ ਉਹ ਪਾਰਕ ਦੇ ਵਿੱਚ ਬੈਠ ਗਏ ਹੈ। ਅੱਜ ਦੀ ਗੱਲ ਕਰੀਏ ਤਾਂ ਅੱਜ ਰੇਲਾਂ ਜਿਹੜਾ ਚੱਲਣ ਨੂੰ ਲੈ ਕੇ, ਟ੍ਰਾਇਲ ਚੱਲਣਾ ਰੇਲਾਂ ਦਾ, ਉਸ ਨੂੰ ਲੈ ਕੇ ਰੇਲਵੇ ਪੁਲਿਸ ਵੱਲੋਂ ਤੇ ਜ਼ਿਲ੍ਹਾ ਪੁਲਿਸ ਵੱਲੋਂ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਸਾਡੇ ਨਾਲ ਜਿਹੜੇ ਰੇਲਵੇ ਪੁਲਿਸ ਸਟੇਸ਼ਨ ਫਰੀਦਕੋਟ ਦੇ ਇੰਚਾਰਜ ਹੈ ਸੁਖਦੇਵ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਜਿਹੜੇ ਪ੍ਰਬੰਧ ਕੀਤੇ ਗਏ। ਇਹ ਜਿਹੜੇ ਧਰਨਾ ਰੇਲਵੇ ਪਲੇਟਫਾਰਮ ਦੇ ਉੱਤੇ ਲਾਇਆ ਸੀ ਕਿਸਾਨਾਂ ਨੇ, ਉਹਨਾਂ ਨੇ ਪਲੇਟਫਾਰਮ ਤੋਂ ਆਪਣਾ ਧਰਨਾ ਜਿਹੜਾ ਹੈਗਾ ਸ਼ਿਫਟ ਕਰਕੇ ਉਹ ਪਾਰਕਿੰਗ ਏਰੀਆ 'ਚ ਲੈ ਗਏ ਆ। ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜ਼ਿਲ੍ਹਾ ਪੁਲਿਸ ਫਰੀਦਕੋਟ ਨਾਲ ਆਰਪੀਐਫ ਨਾਲ ਰਲ ਕੇ ਇਹ ਸਾਰੇ ਟਰੈਕ ਦੀ, ਪਲੇਟਫਾਰਮ ਦੀ, ਸਾਰੇ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ। ਅਤੇ ਚੈਕਿੰਗ ਦੌਰਾਨ ਜਿਹੜਾ ਹੈਗਾ ਮਤਲਬ ਬਿਲਕੁਲ ਠੀਕ ਠਾਕ ਹੈ ਸਾਰਾ। ਇਹ ਰੇਲਵੇ ਮਹਿਕਮਾ ਨੇ ਵੀ ਆਪਦੇ ਤੌਰ 'ਤੇ ਚੈੱਕ ਕਰ ਲਿਆ। ਤਾਂ ਜਿਹੜਾ ਪਲੇਟਫਾਰਮ ਜਾਂ ਇਹਦੇ 'ਤੇ ਕੋਈ ਕਿਸਾਨਾਂ ਦੀ ਕੋਈ ਹੁਣ ਹੈ ਨਹੀਂ ਆਵਾਜਾਈ ਕਿਸੇ ਗੱਲ ਦੀ ਜੀ। ਪੰਜਾਬ ਸਰਕਾਰ ਵੱਲੋਂ ਜਾਂ ਜੇਕਰ ਗੱਲ ਕਰੀਏ ਆਪਾਂ ਰੇਲਵੇ ਵਿਭਾਗ ਵੱਲੋਂ ਕਿਸ ਤਰੀਕੇ ਦੀਆਂ ਤੁਹਾਨੂੰ ਹਦਾਇਤਾਂ ਮਿਲੀਆਂ, ਕਿਸ ਤਰੀਕੇ ਦੀ ਤੁਸੀਂ ਸੁਰੱਖਿਆ ਰੱਖਣੀ? ਸਾਡੇ ਤਾਂ ਜੋ ਹੈਗਾ ਰੇਲਵੇ ਟਰੈਕ ਦੀ ਚੈਕਿੰਗ ਵਾਸਤੇ ਜ਼ਿਲ੍ਹਾ ਪੁਲਿਸ ਦੇ ਨਾਲ ਰਲ ਕੇ ਜੋ ਹਦਾਇਤਾਂ ਸੀ ਅਫਸਰਾਂ ਵੱਲੋਂ ਦੀ, ਉਹ ਚੈੱਕ ਕਰਕੇ ਆਪਦੀ ਜਿਹੜੇ ਅਫਸਰ ਵੱਲੋਂ ਦੱਸ ਦਿੱਤਾ ਵੀ ਰੇਲਵੇ ਟਰੈਕ ਜਿਹੜਾ ਹੈਗਾ ਬਿਲਕੁਲ ਠੀਕ ਹੈ, ਜਿਹੜਾ ਹੈਗਾ ਇਹਦੇ ਟ੍ਰੇਨਾਂ ਚੱਲਣਯੋਗ ਹੈ। ਜਿਹੜੀ ਹੁਣ ਗੱਲ ਕਰ ਲਈਏ ਰੇਲਵੇ ਸਟੇਸ਼ਨ ਦੀ, ਅਤੇ ਇਸ ਰੇਲਵੇ ਸਟੇਸ਼ਨ 'ਤੇ ਇਕੱਲੀ ਜਿਹੜੀ ਤੁਹਾਡੀ ਜਿਹੜੀ ਹੈਗੀ ਹੈ ਰੇਲਵੇ ਪੁਲਿਸ ਹੀ ਇੱਥੇ ਤੈਨਾਤ ਰਹੇਗੀ ਜਾਂ ਜ਼ਿਲ੍ਹਾ ਪੁਲਿਸ ਵੀ ਤੈਨਾਤ ਰਹੂਗੀ, ਕਿ ਇਸ ਤਰੀਕੇ ਦੇ ਨਾਲ ਕਿਵੇਂ ਡਿਊਟੀ ਕਰਨਗੇ? ਜਦੋਂ ਤੋਂ ਧਰਨੇ ਚੱਲ ਰਹੇ ਆ ਕਿਸਾਨਾਂ ਦੇ ਰੇਲਵੇ ਸਟੇਸ਼ਨ ਦੇ ਉੱਪਰ, ਉਦੋਂ ਤੋਂ ਲੈ ਕੇ ਹੀ ਆਰਪੀਐਫ ਵਿਦ ਜੀਆਰਪੀ ਜ਼ਿਲ੍ਹਾ ਪੁਲਿਸ ਜਿਹੜੀ ਹੈਗੀ ਹੈ ਤਿੰਨੋਂ ਹੀ ਤੈਨਾਤ ਹੈ ਤੇ ਤਿੰਨੋਂ ਹੀ ਹੁਣ ਵੀ ਤੈਨਾਤ ਹੈ। ਸਾਡੇ ਨਾਲ ਕੁਝ ਜਿਹੜੇ ਜ਼ਿਲ੍ਹਾ ਪੁਲਿਸ ਦੇ ਵੀ ਜਿਹੜੇ ਅਫਸਰ ਮੌਜੂਦ ਹੈ, ਵਕੀਲ ਸਿੰਘ ਜੀ ਸਬ ਇੰਸਪੈਕਟਰ ਹੈ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਜ਼ਿਲ੍ਹਾ ਪੁਲਿਸ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜੇ ਪ੍ਰਬੰਧ ਕੀਤੇ ਗਏ? ਜ਼ਿਲ੍ਹਾ ਪੁਲਿਸ ਵੱਲੋਂ ਜੀ ਜਦੋਂ ਤੋਂ ਇਹ ਧਰਨਾ ਸ਼ੁਰੂ ਹੋਇਆ ਉਸ ਟਾਈਮ ਤੋਂ ਹੀ ਸਾਡੇ ਅਫਸਰਾਂ ਨੇ ਜੀਆਰਪੀ ਲੱਗੀ ਹੋਈ ਆ। ਆਲਰੇਡੀ ਐਸਐਚਓ ਸਾਹਿਬ ਨੇ ਸਰਦਾਰ ਸੁਖਦੇਵ ਸਿੰਘ ਲਾਡਾ, ਨਾਲ ਆਰਪੀਐਫ ਦੇ ਅਫਸਰ ਨੇ ਤੇ ਨਾਲ ਮੈਂ ਐਡੀਸ਼ਨਲ ਐਸਐਚਓ ਸਿਟੀ ਫਰੀਦਕੋਟ, ਮਤਲਬ ਅਸੀਂ ਤੈਨਾਤ ਹਾਂ ਜੀ। ਲਗਾਤਾਰ ਸ਼ਿਫਟਾਂ ਵਾਈਜ਼ ਸਾਡੀ ਡਿਊਟੀ ਲੱਗੀ ਹੋਈ ਹੈ। ਜਿਹੜਾ ਸਾਨੂੰ ਅੱਜ ਰਾਤ ਲੇਟ ਮਾਨਯੋਗ ਐਸਐਸਪੀ ਸਾਹਿਬ ਨੂੰ ਹਦਾਇਤ ਹੋਈ ਸੀ ਵੀ ਟਰੈਕ ਬਿਲਕੁਲ ਚੈੱਕ ਕਰਕੇ ਰਿਪੋਰਟ ਦਿਓ। ਸਾਡਾ ਟਿੱਬੀ ਭਰਾਈਆਂ ਤੋਂ ਲੈ ਕੇ ਸਿਟੀ ਫਰੀਦਕੋਟ ਦਾ ਜਿਹੜਾ ਏਰੀਆ ਹੈਗਾ ਅਬਨੂਰ ਕਾਲਜ ਤੱਕ, ਅਸੀਂ ਉਹਨੂੰ ਸੈਕਟਰਾਂ ਵਿੱਚ ਵੰਡ ਕੇ 7 ਸੈਕਟਰਾਂ 'ਚ ਵੰਡਿਆ। ਕਰੀਬ 7 ਕਿਲੋਮੀਟਰ ਦਾ ਏਰੀਆ ਬਣਦਾ। ਉਹਦੇ ਵਿੱਚ ਅਸੀਂ 7 NGO ਲਾ ਕੇ ਮਤਲਬ ਜਾ ਕੇ ਉੱਥੇ ਪਰਸਨਲ ਤੌਰ 'ਤੇ ਚੈਕਿੰਗ ਕਰਕੇ ਅਸੀਂ ਰਿਪੋਰਟ ਦਿੱਤੀ। ਬਿਲਕੁਲ ਟਰੈਕ ਕਲੀਅਰ ਹੈ। ਔਰ ਜਿਹੜੇ ਕਿਸਾਨ ਪਹਿਲਾਂ ਬੈਠੇ ਹੋਏ ਸੀਗੇ, ਕੱਲ੍ਹ ਇਹਨਾਂ ਨੇ ਧਰਨਾ ਆਪਦਾ ਚੱਕ ਕੇ ਪਾਰਕਿੰਗ ਦੇ ਵਿੱਚ ਰੱਖਿਆ ਹੋਇਆ। ਬਿਲਕੁਲ ਸ਼ਾਂਤਮਈ ਬੈਠੇ ਆ। ਜਿਹੜੇ 10-15 ਕਿਸਾਨ ਬੈਠੇ ਹੋਏ ਆ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਪਲੇਟਫਾਰਮ ਔਰ ਰੇਲਵੇ ਟਰੈਕ ਬਿਲਕੁਲ ਕਲੀਅਰ ਹੈ ਜੀ।
ਜੇਕਰ ਗੱਲ ਕਰੀਏ ਤਾਂ ਪਹਿਲਾਂ ਜਿਹੜਾ ਰੇਲਵੇ ਟ੍ਰਾਇਲ ਦੇ ਤੌਰ ਤੇ ਵੀ ਇੱਕ ਰੇਲ ਚਲਾਈ ਜਾਊਗੀ, ਕੀ ਲੱਗਦਾ ਹੈ ਅੱਜ ਜਿਹੜੀ ਸੰਭਾਵਨਾ ਕਿਸੇ ਨਾ ਕਿਸੇ ਟਾਈਮ ਜਿਹੜੀ ਰੇਲ ਜਿਹੜੀ ਇਸ ਪੜੇ ਤੋਂ ਜਿਹੜੀ ਲੰਘਦੀ ਨਜ਼ਰ ਆਊਗੀ? ਹਾਂਜੀ, ਐਸਐਚਓ ਸਾਹਿਬ ਜੀਆਰਪੀ ਨਾਲ ਗੱਲ ਹੋਈ ਸੀ, ਇੱਥੇ ਬੈਠੇ ਅਸੀਂ ਸਵੇਰ ਦੇ। ਇਹਨਾਂ ਨੇ ਆਪਦਾ ਏਰੀਆ ਜਿਹੜਾ ਫਰੀਦਕੋਟ ਦਾ 45 ਕਿਲੋਮੀਟਰ ਦਾ ਏਰੀਆ ਲਗਭਗ ਦੱਸਿਆ, ਉਹ ਬਿਲਕੁਲ ਕਲੀਅਰ ਹੈ। ਔਰ ਸਾਡਾ ਜਿਹੜਾ ਏਰੀਆ ਸਿਟੀ ਦਾ 7 ਕਿਲੋਮੀਟਰ ਦੀ ਅਸੀਂ ਮੰਨ ਲਓ ਇਸ ਰਿਸਪੌਂਸਿਬਿਲਟੀ ਹੈ ਸਾਡੀ, ਬਿਲਕੁਲ ਕਲੀਅਰ ਕੀਤਾ ਹੋਇਆ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋ, ਜੇਕਰ ਰੇਲ ਚੱਲਦੀ ਹੈ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਦੀ ਲੰਘਣ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ। ਇਸ ਤੋਂ ਇਲਾਵਾ ਵੀ ਕੋਈ ਤੁਹਾਨੂੰ ਜਿਹੜੇ ਆਦੇਸ਼ ਜਾਰੀ ਕੀਤੇ ਗਏ ਆ, ਜਾਂ ਰੇਲ ਆਉਂਦੀ ਹੈ ਰੇਲ ਦੀ ਚੈਕਿੰਗ ਕਰਨੀ ਹੈ, ਗੱਡੀ ਇੱਥੇ ਖੜ੍ਹਦੀ ਹੈ, ਕਿ ਇਕੱਲੀਆਂ ਹਜੇ ਮਾਲ ਗੱਡੀਆਂ ਲੰਘਣਗੀਆਂ ਜਾਂ ਪੈਸੇਂਜਰ ਦੀ ਹਜੇ ਤੱਕ ਕੋਈ ਅਨੁਮਤੀ ਨਹੀਂ ਦਿੱਤੀ ਗਈ? ਇਸ ਬਾਰੇ ਜ਼ਿਆਦਾ ਤਾਂ ਐਸਐਚਓ ਆਪਣੇ ਜੀਆਰਪੀ ਨੇ ਇਹਨਾਂ ਨੂੰ ਜ਼ਿਆਦਾ ਇਸ ਚੀਜ਼ ਦਾ ਪਤਾ ਹੈਗਾ। ਤੇ ਜੇਕਰ ਚੈਕਿੰਗ ਸਾਨੂੰ ਕਹਿਣਗੇ ਸਵਾਰੀਆਂ ਵਾਲੀ ਗੱਡੀ ਲੰਘਦੀ ਤਾਂ ਅਸੀਂ ਬਿਲਕੁਲ ਚੈਕਿੰਗ ਕਰਾਂਗੇ, ਇਸ ਗੱਲ ਤੋਂ ਵੀ ਨਹੀਂ ਅਸੀਂ ਮੁਨਕਰ ਨਹੀਂ ਹੈ। ਪੂਰੀ ਮੁਸਤੈਦੀ ਨਾਲ ਪੁਲਿਸ ਮੁਸਤੈਦ ਆ ਔਰ ਆਪਣੀ ਡਿਊਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਰੁੱਟੀ ਨਹੀਂ ਆਉਣ ਦੇਵਾਂਗੇ। ਤੇ ਤਾਂ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਇੰਚਾਰਜ ਹੈ ਰੇਲਵੇ ਵਿਭਾਗ ਦੇ, ਰੇਲਵੇ ਪੁਲਿਸ ਫਰੀਦਕੋਟ ਥਾਣੇ ਦੇ, ਉਹਨਾਂ ਤੋਂ ਗੱਲਬਾਤ ਕਰਦੇ ਹਾਂ। ਸਰ, ਕੀ ਲੱਗਦਾ ਹੈ ਜਿਹੜੀਆਂ ਹੁਣ ਤੱਕ ਜਿਹੜੇ ਉੱਤੋਂ ਤੁਹਾਨੂੰ ਨਿਰਦੇਸ਼ ਮਿਲੇ ਹੋਣੇ, ਇਕੱਲੀਆਂ ਮਾਲ ਗੱਡੀਆਂ ਲੰਘਣਗੀਆਂ ਜਾਂ ਪੈਸੇਂਜਰ ਵੀ ਗੱਡੀਆਂ ਇੱਥੋਂ ਲੰਘਣਗੀਆਂ? ਇਸ ਬਾਰੇ ਮਹਿਕਮਾ ਰੇਲਵੇ ਨੇ ਡਿਸਾਈਡ ਕਰਨਾ ਹੈ ਜਾਂ ਸਰਕਾਰ ਨਾਲ ਰਲ ਕੇ ਵੀ ਕੀ ਕਰਨਾ ਹੈ। ਸਾਡਾ ਕੰਮ ਹੈ ਸੁਰੱਖਿਆ ਦੇਣਾ ਤੇ ਇਹਨਾਂ ਦੀ ਜਿਹੜੀ ਹੈਗੀ ਹੈ ਹਿਫਾਜ਼ਤ ਕਰਨਾ ਇਸ ਟ੍ਰੇਨ ਦੀ। ਜੇਕਰ ਕਿਸਾਨਾਂ ਦੀ ਗੱਲ ਕਰ ਲਈਏ, ਹੁਣ ਕਿਸਾਨ ਜਿਹੜੇ ਬਾਹਰਲੇ ਪਾਸੇ ਬੈਠੇ, ਪਲੇਟਫਾਰਮ ਤੋਂ ਬਾਹਰ ਬੈਠੇ ਆ, ਉਹਨਾਂ ਦੀ ਕਿਸੇ ਨਾ ਕਿਸੇ ਟਾਈਮ ਇੱਧਰ ਅਨੁਮਤੀ ਹੈ ਆਉਣ ਦੀ ਅੰਦਰ ਰੇਲਵੇ ਸਟੇਸ਼ਨ ਦੇ ਵਿੱਚ, ਜਾਂ ਬਾਹਰੋਂ ਚੈਕਿੰਗ ਕਰਕੇ ਫੇਰ ਆਉਂਦੇ ਹੋਣਗੇ? ਨਹੀਂ, ਉਹ ਜਿਹੜੇ ਹੈਗੇ ਉਹ ਬਾਹਰ ਹੀ ਜਿੱਥੇ ਉਹਨਾਂ ਦਾ ਧਰਨਾ ਲੱਗਾ ਉੱਥੇ ਹੀ ਉਹ ਪ੍ਰੈਜ਼ੈਂਟ ਰਹਿਣਗੇ, ਇੱਥੇ ਨਹੀਂ ਆਉਂਦੇਗੇ ਉਹ ਅੰਦਰਲੇ ਪਾਸੇ। ਤਾਂ ਇਹ ਸਨ ਜਿਹੜੇ ਰੇਲਵੇ ਪੁਲਿਸ ਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ, ਜਿਨ੍ਹਾਂ ਨੇ ਦੱਸਿਆ ਕਿ ਫਰੀਦਕੋਟ ਜਿਹੜਾ ਰੇਲਵੇ ਸਟੇਸ਼ਨ ਤੇ ਉਹਨਾਂ ਵੱਲੋਂ ਪੁਖਤਾ ਜਿਹੜੇ ਪ੍ਰਬੰਧ ਕੀਤੇ ਗਏ ਹੈ, ਪੂਰੀ ਜਿਹੜੀ ਫੋਰਸ ਦੀ ਤੈਨਾਤੀ ਕੀਤੀ ਗਈ ਹੈ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜਾ ਕੋਈ ਵੀ ਊਣਤਾਈ ਸਾਹਮਣੇ ਨਾ ਆਵੇ, ਕੋਈ ਵੀ ਨੁਕਸਾਨ ਨਾ ਹੋਵੇ ਕਿਸੇ ਕਿਸਮ ਦਾ। ਉਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਜਿਹੜਾ ਇਸ ਟਰੈਕ ਉੱਤੋਂ ਦੀ ਕਿਹੜੀਆਂ ਰੇਲਾਂ ਦੌੜਦੀਆਂ, ਜਾਂ ਮਾਲ ਗੱਡੀਆਂ ਜਾਂ ਪੈਸੇਂਜਰ ਗੱਡੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੰਘਦੀਆਂ, ਇਹ ਦੇਖਣ ਵਾਲੀ ਗੱਲ ਹੋਵੇਗੀ। ਫਰੀਦਕੋਟ ਤੋਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਗੁਰਜੀਤ ਰਮਾਣਾ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਜਦੋਂ ਤੋਂ ਧਰਨੇ ਚੱਲ ਰਹੇ ਆ ਕਿਸਾਨਾਂ ਦੇ ਰੇਲਵੇ ਸਟੇਸ਼ਨ ਦੇ ਉੱਪਰ, ਉਦੋਂ ਤੋਂ ਲੈ ਕੇ ਹੀ ਆਰਪੀਐਫ ਵਿਦ ਜੀਆਰਪੀ ਜ਼ਿਲ੍ਹਾ ਪੁਲਿਸ ਜਿਹੜੀ ਹੈਗੀ ਹੈ, ਤਿੰਨੋਂ ਹੀ ਤੈਨਾਤ ਹੈ ਤੇ ਤਿੰਨੋਂ ਹੀ ਹੁਣ ਵੀ ਤੈਨਾਤ ਹੈ। ਅਸੀਂ ਤੈਨਾਤ ਹਾਂ ਜੀ, ਲਗਾਤਾਰ ਸ਼ਿਫਟਾਂ ਵਾਈਜ਼ ਸਾਡੀ ਡਿਊਟੀ ਲੱਗੀ ਹੋਈ ਹੈ। ਜਿਹੜਾ ਸਾਨੂੰ ਅੱਜ ਰਾਤ ਲੇਟ ਮਾਨਯੋਗ ਐਸਐਸਪੀ ਸਾਹਿਬ ਨੂੰ ਹਦਾਇਤ ਹੋਈ ਸੀ ਵੀ ਟਰੈਕ ਬਿਲਕੁਲ ਚੈੱਕ ਕਰਕੇ ਰਿਪੋਰਟ ਦਿਓ। ਸਾਡਾ ਟਿੱਬੀ ਭਰਾਈਆਂ ਤੋਂ ਲੈ ਕੇ ਸਿਟੀ ਫਰੀਦਕੋਟ ਦਾ ਜਿਹੜਾ ਏਰੀਆ ਹੈਗਾ ਅਬਨੂਰ ਕਾਲਜ ਤੱਕ, ਅਸੀਂ ਉਹਨੂੰ ਸੈਕਟਰਾਂ ਵਿੱਚ ਵੰਡ ਕੇ 7 ਸੈਕਟਰਾਂ 'ਚ ਵੰਡਿਆ। ਕਰੀਬ 7 ਕਿਲੋਮੀਟਰ ਦਾ ਏਰੀਆ ਬਣਦਾ, ਉਹਦੇ ਵਿੱਚ ਅਸੀਂ 7 NGO ਲਾ ਕੇ ਮਤਲਬ ਜਾ ਕੇ ਉੱਥੇ ਪਰਸਨਲ ਤੌਰ ਤੇ ਚੈਕਿੰਗ ਕਰਕੇ ਅਸੀਂ ਰਿਪੋਰਟ ਦਿੱਤੀ। ਬਿਲਕੁਲ ਟਰੈਕ ਕਲੀਅਰ ਹੈ। ਜਿਹੜੇ ਕਿਸਾਨ ਪਹਿਲਾਂ ਬੈਠੇ ਹੋਏ ਸੀਗੇ, ਕੱਲ੍ਹ ਇਹਨਾਂ ਨੇ ਧਰਨਾ ਆਪਦਾ ਚੱਕ ਕੇ ਪਾਰਕਿੰਗ ਦੇ ਵਿੱਚ ਰੱਖਿਆ ਹੋਇਆ, ਬਿਲਕੁਲ ਸ਼ਾਂਤਮਈ ਬੈਠੇ ਆ। ਜਿਹੜੇ 10-15 ਕਿਸਾਨ ਬੈਠੇ ਹੋਏ ਆ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਪਲੇਟਫਾਰਮ ਔਰ ਰੇਲਵੇ ਟਰੈਕ ਬਿਲਕੁਲ ਕਲੀਅਰ ਹੈ। ਜੇਕਰ ਚੈਕਿੰਗ ਸਾਨੂੰ ਕਹਿਣਗੇ ਸਵਾਰੀਆਂ ਵਾਲੀ ਗੱਡੀ ਲੰਘਦੀ ਤਾਂ ਅਸੀਂ ਬਿਲਕੁਲ ਚੈਕਿੰਗ ਕਰਾਂਗੇ, ਇਸ ਗੱਲ ਤੋਂ ਵੀ ਨਹੀਂ ਅਸੀਂ ਮੁਨਕਰ ਨਹੀਂ ਹੈ। ਪੂਰੀ ਮੁਸਤੈਦੀ ਨਾਲ ਪੁਲਿਸ ਮੁਸਤੈਦ ਆ ਔਰ ਆਪਣੀ ਡਿਊਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਰੁੱਟੀ ਨਹੀਂ ਆਉਣ ਦੇਵਾਂਗੇ।